ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਟੇਰੇ ਅਤੇ ਬਾਜ ਦਾ ਪ੍ਰਸੰਗ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇੱਕ ਨਵਾਂ ਪਿੰਡ ਵਸਾਇਆ, ਜਿਸ ਦਾ ਨਾਮ ਹਰਗੋਬਿੰਦਪੁਰ ਰੱਖਿਆ। ਗੁਰੂ ਜੀ ਦੀਵਾਨ ਵਿੱਚ ਬਿਰਾਜਮਾਨ ਹੋ ਕੇ ਸੰਗਤਾਂ ਨੂੰ ਨਾਮ ਬਾਣੀ ਦਾ ਉਪਦੇਸ਼ ਦਿੰਦੇ। ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਅਨੇਕ ਪ੍ਰਕਾਰ ਦੀਆਂ ਭੇਟਾਂ ਲੈ ਕੇ ਆਉਂਦੀਆਂ ਅਤੇ ਗੁਰੂ ਜੀ ਸਭ ਦੀਆਂ ਮਨੋਕਾਮਨਾ ਪੂਰੀਆਂ ਕਰਦੇ। ਸੰਗਤ ਨਿਹਾਲ ਹੋ ਕੇ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ ਘਰਾਂ ਨੂੰ ਜਾਂਦੀਆਂ। ਇੱਕ ਦਿਨ ਗੁਰੂ ਜੀ ਨੇ ਸ਼ਿਕਾਰ ਕਰਕੇ ਬਹੁਤ ਸਾਰੇ ਜਾਨਵਰ ਮਾਰ ਕੇ ਲਿਆਂਦੇ। ਫਿਰ ਦਮਦਮੇ ਉੱਤੇ ਬਿਰਾਜਮਾਨ ਹੋ ਕੇ ਆਪਣੇ ਬਾਜ ਨੂੰ ਇੱਕ ਬਟੇਰੇ ਦਾ ਮਾਸ ਖਵਾਉਣ ਲੱਗੇ, ਜਿਸ ਨਾਲ ਗੁਰੂ ਜੀ ਦੇ ਦੋਵੇਂ ਹੱਥ ਬਟੇਰੇ ਦੇ ਲਹੂ ਨਾਲ ਭਰ ਗਏ। ਇਸ ਸਮੇਂ ਹੀ ਕਾਂਸੀ ਦੀ ਸੰਗਤ ਆਪ ਜੀ ਦੇ ਦਰਸ਼ਨ ਕਰਨ ਆ ਗਈ। ਸੰਗਤ ਵਿੱਚੋਂ ਇੱਕ ਅਤੀ ਸ਼ਰਧਾਵਾਨ ਸਿੱਖ, ਜੋ ਗੁਰੂ ਜੀ ਦੇ ਦਰਸ਼ਨਾਂ ਦਾ ਬਹੁਤ ਪਿਆਸਾ ਸੀ, ਉਸਨੇ ਸ਼ੀਘਰ ਹੀ ਪਹੁੰਚ ਕੇ ਗੁਰੂ ਜੀ ਨੂੰ ਮੱਥਾ ਟੇਕਿਆ ਅਤੇ ਵੇਖਿਆ ਕਿ ਗੁਰੂ ਜੀ ਆਪਣੇ ਹੱਥ ਵਿੱਚ ਬਟੇਰਾ ਫੜ ਕੇ ਉਸ ਦਾ ਮਾਸ ਤੁੜਵਾ ਕੇ ਦੂਜੇ ਹੱਥ ਆਪਣੇ ਬਾਜ ਨੂੰ ਫੜ ਕੇ ਖਵਾ ਰਹੇ ਹਨ ਅਤੇ ਬਟੇਰੇ ਨੂੰ ਤੜਫਦਾ ਵੇਖ ਕੇ ਗੁਰੂ ਜੀ ਪ੍ਰਸੰਨ ਹੋ ਰਹੇ ਹਨ। ਇਹ ਵੇਖ ਕੇ ਸਿੱਖ ਦੇ ਮਨ ਵਿੱਚ ਗਿਲਾਨੀ ਆ ਗਈ। ਅਸੀਂ ਤਾਂ ਇਹਨਾਂ ਦੀ ਬਹੁਤ ਸੋਭਾ ਸੁਣ ਕੇ ਕਾਂਸੀ ਤੋਂ ਆਏ ਹਾਂ, ਪਰ ਇੱਥੇ ਆਣ ਕੇ ਤੇ ਕੁਝ ਹੋਰ ਹੀ ਵੇਖਿਆ ਹੈ। ਇਹ ਤਾਂ ਬੜੇ ਦਇਆਹੀਨ ਜਾਪਦੇ ਹਨ। ਅੰਤਰਜਾਮੀ ਗੁਰੂ ਜੀ ਨੇ ਉਸ ਦੇ ਮਨ ਦੀ ਜਾਣ ਕਰਕੇ ਕਿਹਾ, ਕਿਸੇ ਗੱਲ ਦੇ ਕਾਰਨ ਨੂੰ ਜਾਣੇ ਬਿਨਾ ਤਰਕ ਕਰਨੀ ਠੀਕ ਨਹੀਂ ਹੈ। ਤੂੰ ਇਸ ਦੀ ਅਸਲੀਅਤ ਨਹੀਂ ਜਾਣਦਾ। ਗੁਰੂ ਜੀ ਪਾਸੋਂ ਇਹ ਗੱਲ ਸੁਣ ਕੇ ਸਿੱਖ ਬੜਾ ਹੈਰਾਨ ਹੋਇਆ ਅਤੇ ਦੀਨ ਹੋ ਕੇ ਬੇਨਤੀ ਕੀਤੀ, ਮਹਾਰਾਜ ਜੀ, ਆਪ ਸਭ ਕੁਝ ਜਾਣਦੇ ਹੋ। ਮੈਨੂੰ ਅਣਜਾਣ ਬੁੱਧੀ ਕਰਕੇ ਆਪ ਜੀ ਦੀ ਬਾਹਰਲੀ ਕਿਰਿਆ ਨੂੰ ਵੇਖ ਕੇ ਸੰਸਾ ਉਤਪੰਨ ਹੋਈ। ਤਦ ਗੁਰੂ ਜੀ ਨੇ ਉਸ ਸਿੱਖ ਨੂੰ ਬਾਜ ਤੇ ਬਟੇਰੇ ਦੀ ਪਿਛਲੇ ਜਨਮ ਦੀ ਵਾਰਤਾ ਇਸ ਤਰ੍ਹਾਂ ਸੁਣਾਈ। ਇਹ ਬਟੇਰਾ ਨਦੀ ਉੱਤੇ ਬੇੜੀ ਦਾ ਮਲਾਹ ਸੀ, ਜੋ ਲੋਕਾਂ ਤੋਂ ਪੈਸੇ ਲੈ ਕੇ ਨਦੀ ਤੋਂ ਪਾਰ ਕਰਦਾ ਸੀ। ਉਸ ਸਮੇਂ ਇਹ ਬਾਜ ਮਨੁੱਖ ਸਰੀਰ ਵਿੱਚ ਗੁਰੂ ਰਾਮਦਾਸ ਜੀ ਪਾਸ ਸਿੱਖ ਸੇਵਾਦਾਰ ਸੀ। ਗੁਰੂ ਜੀ ਨੇ ਕਿਸੇ ਕਾਰਜ ਕਰਨ ਵਾਸਤੇ ਇਸ ਨੂੰ ਨਦੀ ਤੋਂ ਪਾਰ ਹੋਣ ਵਾਸਤੇ ਭੇਜਿਆ। ਨਦੀ ਉੱਤੇ ਇਸ ਬਟੇਰੇ ਮਲਾਹ ਦੀ ਬੇੜੀ ਉੱਤੇ ਚੜ੍ਹ ਬੈਠਾ। ਜਦ ਬੇੜੀ ਨਦੀ ਦੇ ਵਿਚਕਾਰ ਪਹੁੰਚੀ ਤਾਂ ਇਸ ਨੇ ਸਾਰਿਆਂ ਤੋਂ ਪੈਸੇ ਮੰਗੇ। ਤਾਂ ਇਸ ਸਿੱਖ ਨੇ ਕਿਹਾ, ਮੇਰੇ ਪਾਸ
ਪੈਸੇ ਨਹੀਂ ਹਨ। ਮੈਂ ਗੁਰੂ ਜੀ ਦੇ ਕੰਮ ਜਾ ਰਹਾ ਹਾਂ। ਮੈਨੂੰ ਇਸ ਸਮੇਂ ਤੂੰ 5 ਪੈਸੇ ਲੈ ਕੇ ਜੋ ਮੇਰੇ ਪਾਸ ਹਨ ਪਾਰ ਉਤਾਰ ਦਿਓ। ਪਰ ਮਲਾਹ ਨੇ ਕਿਹਾ, ਇਹ ਪੈਸੇ ਥੋੜੇ ਹਨ। ਇਸ ਝਗੜੇ ਵਿੱਚ ਹੀ ਮਲਾਹ ਨੇ ਸਿੱਖ ਨੂੰ ਚੁੱਕ ਕੇ ਨਦੀ ਵਿੱਚ ਸੁੱਟ ਦਿੱਤਾ। ਤਦ ਡੁੱਬਦੇ ਹੋਏ ਸਿੱਖ ਨੇ ਕ੍ਰੋਧ ਨਾਲ ਮਨ ਵਿੱਚ ਕਿਹਾ, ਜੇ ਮੇਰਾ ਬਸ ਚੱਲੇ ਤਾਂ ਮੈਂ ਤੈਨੂੰ ਕੱਚੇ ਨੂੰ ਹੀ ਖਾ ਜਾਵਾਂ। ਇਸ ਨੇ ਨਾ ਗੁਰੂ ਜੀ ਦਾ ਅਦਬ ਰੱਖਿਆ ਹੈ ਅਤੇ ਨਾ ਮੇਰੇ ਤੇ ਤਰਸ ਕੀਤਾ ਹੈ। ਇਸ ਚਿਤਵਨੀ ਵਿੱਚ ਹੀ ਸਿੱਖ ਨੇ ਪ੍ਰਾਣ ਤਿਆਗ ਦਿੱਤੇ ਅਤੇ ਬਾਜ ਦੀ ਜੂਨ ਪਾਈ। ਉਧਰ ਮਲਾਹ ਮਰ ਕੇ ਬਟੇਰੇ ਦੀ ਜੂਨ ਵਿੱਚ ਆਇਆ, ਸੋ ਇਹ ਬਾਜ ਆਪਣੇ ਜਨਮ ਦਾ ਬਦਲਾ ਇਸ ਬਟੇਰੇ ਤੋਂ ਲੈ ਰਿਹਾ ਹੈ। ਇਸ ਕਾਰਜ ਕਰਨ ਵਿੱਚ ਕੋਈ ਦੋਸ਼ ਨਹੀਂ ਹੈ, ਤੂੰ ਸੰਸਾ ਨਾ ਕਰ। ਗੁਰੂ ਜੀ ਪਾਸੋਂ ਇਹ ਵਾਰਤਾ ਸੁਣ ਕੇ ਸਿੱਖ ਨੇ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਅਤੇ ਆਪਣੀ ਸੰਗਤ ਵਿੱਚ ਜਾ ਕੇ ਇਹ ਸਾਰੀ ਵਾਰਤਾ ਸੁਣਾਈ। ਇਸ ਨੂੰ ਸੁਣ ਕੇ ਸੰਗਤ ਬੜੀ ਸ਼ਰਧਾ ਨਾਲ ਆਪੋ ਆਪਣੀ ਭੇਟਾ ਲੈ ਕੇ ਗੁਰੂ ਜੀ ਦੇ ਦਰਸ਼ਨ ਕਰਨ ਆਈ। ਗੁਰੂ ਜੀ ਨੇ ਸਭ ਨੂੰ ਸੁਖ ਸਾਂਦ ਪੁੱਛੀ ਤੇ ਆਦਰ ਦਿੱਤਾ। ਸੰਧਿਆ ਤੱਕ ਸੰਗਤ ਉੱਥੇ ਗੁਰੂ ਜੀ ਪਾਸ ਹੀ ਬੈਠੀ ਰਹੀ ਅਤੇ ਸੋਧਾਰ ਦੇ ਪਾਠ ਉਪਰੰਤ ਗੁਰੂ ਜੀ ਆਪਣੇ ਅਸਥਾਨ ਤੇ ਚਲੇ ਗਏ ਅਤੇ ਸੰਗਤ ਆਪਣੇ ਡੇਰੇ ਨੂੰ ਚਲੀ ਗਈ। ਸੰਗਤ ਕੁਝ ਦਿਨ ਹੋਰ ਠਹਿਰ ਕੇ ਗੁਰੂ ਜੀ ਦੇ ਬਚਨ ਸੁਣ ਕੇ ਨਿਹਾਲ ਹੁੰਦੀ ਰਹੀ ਅਤੇ ਫਿਰ ਆਗਿਆ ਲੈ ਕੇ ਆਪਣੇ ਘਰਾਂ ਨੂੰ ਚਲੀ ਗਈ। ਸਮਾਂ ਪਾ ਕੇ ਇੱਕ ਦਿਨ ਗੁਰੂ ਜੀ ਭਾਈ ਭਾਨੇ, ਭਾਈ ਜੇਠੇ, ਭਾਈ ਬਿਧੀ ਚੰਦ ਤੇ ਪੈਂਦੇ ਖਾਂ ਅਤੇ ਹੋਰ ਸੇਵਕਾਂ ਨਾਲ ਸ਼ਿਕਾਰ ਖੇਡਦੇ ਹੋਏ ਬਰਡਾਲੀ ਪਿੰਡ ਆਪਣੇ ਜਨਮ ਅਸਥਾਨ ਤੇ ਪਹੁੰਚ ਗਏ। ਸਾਰੇ ਗੁਰਸਿੱਖਾਂ ਨੇ ਗੁਰੂ ਜੀ ਦੇ ਜਨਮ ਅਸਥਾਨ ਦੇ ਦਰਸ਼ਨ ਕਰਕੇ ਨਮਸਕਾਰਾਂ ਕੀਤੀਆਂ ਅਤੇ ਬੈਠ ਕੇ ਗੁਰੂ ਜੀ ਦੀਆਂ ਬਾਲ ਵਿਵਸਥਾ ਦੀਆਂ ਪਿਆਰ ਨਾਲ ਗੱਲਾਂ ਕੀਤੀਆਂ। ਇਤਨੇ ਨੂੰ ਇੱਕ ਕਿਸਾਨ ਨੇ ਆਣ ਕੇ ਬੇਨਤੀ ਕੀਤੀ ਕਿ ਮਹਾਰਾਜ ਜੀ, ਇੱਕ ਬੜਾ ਵੱਡਾ ਸੂਰ ਇੱਥੇ ਨਿਤ ਹੀ ਖੇਤੀਆਂ ਉਜਾੜਦਾ ਰਹਿੰਦਾ ਹੈ। ਆਪ ਜੀ ਕਿਰਪਾ ਕਰਕੇ ਉਸ ਨੂੰ ਸ਼ਿਕਾਰ ਕਰੋ ਜੀ। ਕਿਸਾਨ ਦੀ ਗੱਲ ਸੁਣ ਕੇ ਗੁਰੂ ਜੀ ਆਪਣੇ ਯੋਧਿਆਂ ਨਾਲ ਉਸ ਦੇ ਨਾਲ ਤੁਰ ਪਏ ਅਤੇ ਸੂਰ ਨੂੰ ਝਾੜੀ ਵਿੱਚ ਬੈਠਾ ਵੇਖ ਕੇ ਆਦਮੀਆਂ ਦਾ ਰੋਲਾ ਸੁਣ ਕੇ ਸੂਰ ਭਬਕ ਮਾਰ ਕੇ ਬਾਹਰ ਨੂੰ ਉੱਠ ਭੱਜਿਆ। ਤਦ ਗੁਰੂ ਜੀ ਨੇ ਪੈਂਦੇ ਖਾਂ ਨੂੰ ਲਲਕਾਰ ਕੇ ਆਖਿਆ ਕਿ ਇਹ ਸੂਰ ਜਾਣਾ ਨਾ ਪਾਵੇ। ਪੈਂਦੇ ਖਾਂ ਸੂਰ ਦੇ ਮਗਰ ਆਪਣਾ ਘੋੜਾ ਭਜਾ ਕੇ ਉਸ ਨੂੰ ਗੋਲੀ ਮਾਰ ਕੇ ਫੱਟੜ ਕਰ ਦਿੱਤਾ। ਸੂਰ ਨੇ ਫੱਟੜ ਹੋ ਕੇ ਪੈਂਦੇ ਖਾਂ ਦੇ ਘੋੜੇ ਨੂੰ ਆਪਣੇ ਦੰਦਾਂ ਨਾਲ ਫੱਟੜ ਕਰ ਦਿੱਤਾ। ਉੱਥੋਂ ਸੂਰ ਗੁਰੂ ਜੀ ਵੱਲ ਦੌੜ ਕੇ ਆਇਆ। ਜਦ ਉਹ ਘੋੜੇ ਦੇ ਨੇੜੇ ਆਇਆ ਤਾਂ ਗੁਰੂ ਜੀ ਨੇ ਉਸ ਨੂੰ ਭਾਰੀ ਤਲਵਾਰ ਦੇ ਇੱਕੋ ਵਾਰ ਨਾਲ 2 ਖੰਡ ਕਰ ਦਿੱਤਾ। ਸੂਰ ਵਿੱਚੋਂ ਉਸ ਦੀ ਰੂਹ ਨਿਕਲ ਕੇ
ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕ ਕੇ ਖੜੀ ਹੋ ਗਈ। ਤਾਂ ਭਾਨੇ ਨੇ ਉਸ ਨੂੰ ਪੁੱਛਿਆ, ਤੂੰ ਕੌਣ ਹੈ? ਤਾਂ ਉਸਨੇ ਆਪਣਾ ਨਾਮ ਦੱਸ ਕੇ ਕਿਹਾ, ਮੈਂ ਗੁਰੂ ਅਰਜਨ ਦੇਵ ਜੀ ਦਾ ਸਿੱਖ ਸੀ ਤੇ ਮੈਂ ਭਾਈ ਬੁੱਢਾ ਜੀ ਪਾਸ ਸੇਵਾ ਕਰਦਾ ਸੀ। ਜਦ ਗੁਰੂ ਜੀ ਨੇ ਮਾਤਾ ਗੰਗਾ ਜੀ ਨੂੰ ਭਾਈ ਬੁੱਢਾ ਜੀ ਪਾਸ ਪੁੱਤਰ ਦਾ ਵਰ ਲੈਣ ਵਾਸਤੇ ਭੇਜਿਆ ਸੀ, ਮਾਤਾ ਜੀ ਰਥ ਵਿੱਚ ਸਵਾਰ ਹੋ ਕੇ ਆ ਰਹੀ ਸੀ। ਰਥ ਚੱਲਣ ਨਾਲ ਬਹੁਤ ਧੂੜ ਉੜ ਰਹੀ ਸੀ। ਭਾਈ ਬੁੱਢਾ ਜੀ ਨੇ ਮੈਨੂੰ ਪੁੱਛਿਆ, ਧੂੜ ਕਿਉਂ ਇਤਨੀ ਉੜ ਰਹੀ ਹੈ? ਮੈਂ ਕਿਹਾ, ਗੁਰੂ ਜੀ ਦੇ ਮਹਿਲ ਆ ਰਹੇ ਹਨ। ਭਾਈ ਬੁੱਢਾ ਜੀ ਨੇ ਕਿਹਾ, ਗੁਰੂ ਕਿਆਂ ਨੂੰ ਕਿਧਰੋਂ ਭਾਜੜ ਪਈ ਹੈ? ਤਾਂ ਮੈਨੂੰ ਬਹੁਤ ਗੁੱਸਾ ਆਇਆ ਅਤੇ ਮੈਂ ਆਪਣੇ ਮੂੰਹ ਵਿੱਚ ਹੀ ਗੁਣ ਕਰਨ ਲੱਗਾ। ਮੇਰੀ ਵੱਲ ਵੇਖ ਕੇ ਭਾਈ ਬੁੱਢਾ ਜੀ ਬੋਲੇ ਕਿ ਤੂੰ ਕਿਉਂ ਸੂਰ ਵਾਂਗੂ ਘੁਰ ਕਰ ਰਿਹਾ ਹਾਂ? ਤੂੰ ਸੂਰ ਦੀ ਜੂਨੀ ਪਵੇਂਗਾ। ਬਾਬਾ ਜੀ ਦਾ ਇਹ ਵਚਨ ਸੁਣ ਕੇ ਮੈਂ ਬਹੁਤ ਡਰ ਕੇ ਉਹਨਾਂ ਦੇ ਚਰਨੀ ਪੈ ਗਿਆ ਤੇ ਦੀਨ ਹੋ ਕੇ ਬੇਨਤੀ ਕੀਤੀ, ਸੂਰ ਜੂਨੀ ਵਿੱਚੋਂ ਮੇਰਾ ਉਧਾਰ ਕਦੋਂ ਹੋਵੇਗਾ? ਇਸ ਪਰ ਬਾਬਾ ਜੀ ਨੇ ਨਰਮ ਹੋ ਕੇ ਕਿਹਾ ਕਿ ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਪੁੱਤਰ ਸ਼ਿਕਾਰ ਖੇਡਦੇ ਹੋਏ ਤੈਨੂੰ ਮਾਰਨਗੇ, ਤਦੋਂ ਤੇਰੀ ਕਲਿਆਣ ਹੋ ਜਾਵੇਗੀ। ਇਤਨੀ ਗੱਲ ਦੱਸ ਕੇ ਸਿੱਖ ਦੀ ਰੂਹ ਬੈਕੁੰਠ ਧਾਮ ਨੂੰ ਚਲੀ ਗਈ। ਸਾਰੀ ਸੰਗਤ ਇਹ ਵਾਰਤਾ ਸੁਣ ਕੇ ਬਹੁਤ ਹੈਰਾਨ ਹੋਈ। ਗੁਰੂ ਜੀ ਨੇ ਉੱਥੇ ਟੋਆ ਪੁੱਟ ਕੇ ਸੂਰ ਨੂੰ ਦਬਾ ਦਿੱਤਾ ਅਤੇ ਯਾਦਗਾਰ ਵਜੋਂ ਉੱਥੇ ਦਮਦਮਾ ਬਣਵਾ ਦਿੱਤਾ। ਗੁਰੂ ਜੀ ਸ੍ਰੀ ਅੰਮ੍ਰਿਤਸਰ ਆ ਗਏ। ਹੁਣ ਉਸ ਸਥਾਨ ਤੇ ਗੁਰਦੁਆਰਾ ਸਾਹਿਬ ਦਮਦਮਾ ਜੀ ਸਵਾਏਮਾਨ ਹਨ। ਕਥਾ ਕਰਦਿਆਂ ਭੁੱਲ ਚੁੱਕ ਮਾਫ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।